वाहिगुरु जी का खालसा वाहिगुरु जी परम सन्मानयोग जुगो जुग अटल सबदा अवतार शांति दे पुंज ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੋੜੀ ਸਰਬੱਤ ਸੰਗਤ ਮਾਈ। ਆਓ ਸਾਰੇ ਨਾਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰਚਿਤ ਹੋ ਕੇ ਆਖੀਏ ਸਤਿਨਾਮ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ ਹੈ। ਵਾਹਿਗੁਰੂ ਜੀ ਬਿਲਾਵਲ विद्या ना पढ़ू बात नहीं जानू हर गुण कथत सुनत बौरानो। विद्या ना पढ़ू बात नहीं जानू हर गुण कथत सुनत बौरानो। मेरे बाबा मैं बौरा सब खलक सियानी मैं बौरा। मैं बिगड़ो बिगड़े मत औरा रहो आपना बौरा राम कियो बौरा। सतगुर जार गयो ब्रह्म मोरा मैं बिगड़े अपनी मत खोई मेरे भरम भूलो मत कोई। सो बौरा जो आप ना पहचाने आप पहचाने तो एक जाने। अभे ना माता सो कब हो ना माता कह कबीर राम रंग राता कह कबीर रामे रंग राता। वाहिगुरु जी का खालसा वाहिगुरु जी की परम सम्मानयोग सतगुरु जी के पावन पवित्र चरण कमलों विखे विराजमान सुशोभित सुभायमान सत्कारयोग सरबत संगत। ये पावन पवित्र बाणी जो हुणे ही पढ़ी गई है ते आप सारे ने बहुत ही ध्यान नाल इस बाणी नूं सुनिया है। आप सारिया संगतां दा बहुत बहुत तहे दिलों धन्यवाद है। बिलावल बाणी भगतां की कबीर जी की बिलावल राग दे विच एक भगतां दी बाणी है। भगतां दी बाणी
ਇਸ ਤੋਂ ਪਹਿਲਾਂ ਅਸੀਂ ਗੁਰੂਆਂ ਦੀ ਬਾਣੀ ਪੜ੍ਹੀ ਹੈ ਬਿਲਾਵਲ ਰਾਗ ਵਿੱਚ, ਤੇ ਇਹ ਬਾਣੀ ਭਗਤਾਂ ਦੀ ਹੈ। ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਨੋਟ ਲਿਖਿਆ ਹੋਇਆ ਹੈ, ਸੂਚਨਾ, ਬਿਲਾਵਲ ਬਾਣੀ ਭਗਤਾਂ ਕੀ। ਇੱਕ ਹੋਰ ਬਹੁਤ ਹੀ ਵਿਲੱਖਣ ਚੀਜ਼ ਹੈ, ਉਹ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਣੀ ਭਗਤਾਂ ਦੀ ਨਹੀਂ ਲਿਖਿਆ, ਕੀ ਲਿਖਿਆ ਹੋਇਆ ਹੈ। ਪਰ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੀ ਜਿਹੜੀ ਪੁਆਧੀ ਬੋਲੀ ਹੈ ਉਹਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਜਿਵੇਂ ਅਸੀਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜਾਬੀ ਵਿੱਚ ਤਾਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਪਰ ਲਿਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਸਾਡੇ ਇਸ ਪੁਆਧ ਖੇਤਰ ਵਿੱਚ ਹੀ ਰਹੇ ਹਨ ਜਦ ਕਲਗੀਧਰ ਮਹਾਰਾਜ, ਉਹਨਾਂ ਦੀ ਬਾਣੀ ਵਿੱਚ ਤੇ ਉਹਨਾਂ ਦੀ ਭਾਸ਼ਾ ਦੇ ਵਿੱਚ ਸਾਡੀ ਬੋਲੀ ਹੈ ਨਾਲ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਜਿਹੜੀ ਸੂਚਨਾ ਲਿਖੀ ਹੈ ਉੱਪਰ, ਉਹਦੇ ਵਿੱਚ ਲਿਖਿਆ ਬਾਣੀ ਭਗਤਾਂ ਦੀ। ਤੇ ਭਗਤਾਂ ਦੇ ਵਿੱਚੋਂ ਕਿਹੜੇ ਭਗਤ ਦੀ? ਕਿਉਂਕਿ ਭਗਤ ਤਾਂ 15 ਹਨ, ਉਹਨਾਂ 15 ਭਗਤਾਂ ਦੇ ਵਿੱਚੋਂ ਕਿਹੜੇ ਭਗਤ ਦੀ ਬਾਣੀ ਹੈ? ਅੱਗੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੈ ਕਬੀਰ ਜੀ ਕੀ। ਇਹ ਕਬੀਰ ਜੀ ਦੀ ਬਾਣੀ ਹੈ, ਭਗਤ ਕਬੀਰ ਜੀ ਦੀ। ਇੱਕ ਸ਼ਬਦ ਅਸੀਂ ਕੱਲ ਵੀ ਪੜ੍ਹਿਆ ਸੀ ਭਗਤ ਕਬੀਰ ਜੀ ਦਾ, ਤੇ ਅੱਜ ਨੰਬਰ 2 ਸ਼ਬਦ ਹੈ ਬਾਬਾ ਕਬੀਰ ਜੀ ਦਾ। ਅੱਜ ਦੇ ਇਸ ਸ਼ਬਦ ਵਿੱਚ ਭਗਤ ਕਬੀਰ ਜੀ ਜਿਹੜੇ ਬਹੁਤ ਵੱਡੇ ਮਹਾਨ ਕ੍ਰਾਂਤੀਕਾਰੀ ਹੋਏ ਹਨ, ਇਨਕਲਾਬੀ ਪੁਰਖ, ਖਾੜਕੂ ਜਰਨੈਲ ਉਸ ਜ਼ਮਾਨੇ ਦੇ, ਉਹ ਅੱਜ ਦੇ ਇਸ ਸ਼ਬਦ ਵਿੱਚ ਕੀ ਫਰਮਾਨ ਕਰ ਰਹੇ ਹਨ, ਸਾਨੂੰ ਕੀ ਦੱਸ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਉੱਤਮ ਪੁਰਖ ਵਿੱਚ ਇਹ ਬਾਣੀ ਉਚਾਰਨ ਕੀਤੀ ਹੋਈ ਹੈ। ਉੱਤਮ ਪੁਰਖ ਵਿੱਚ ਇੱਕ ਉੱਤਮ ਪੁਰਖ ਹੁੰਦਾ ਹੈ, ਇੱਕ ਮੱਧਮ ਪੁਰਖ ਹੁੰਦਾ ਹੈ, ਤੇ ਇੱਕ ਅਨੰਨ ਪੁਰਖ ਹੁੰਦਾ ਹੈ। ਅਨੰਨ, अन्य पुरख, अनंत नहीं अन्य पुरख। इसों भाव है कि एक मैं, एक तू ते एक तीसरा कोई होर बंदा। ਇਹਨੂੰ ਕਿਹਾ ਜਾਂਦਾ ਹੈ ਉੱਤਮ ਪੁਰਖ। ਮੈਂ ਜਿਹੜਾ ਉੱਤਮ ਪੁਰਖ, ਤੇ ਤੂੰ ਜਿਹੜਾ ਹੈ ਮੱਧ ਪੁਰਖ, ਤੇ ਜਿਹੜਾ ਕੋਈ ਹੋਰ ਥਰਡ ਪਰਸਨ ਹੈ ਉਹਨੂੰ ਕਹਿੰਦਾ ਅਨਯ ਪੁਰਖ। ਤੇ ਇਹ ਜਿਹੜੀ ਬਾਣੀ ਹੈ ਉੱਤਮ ਪੁਰਖ ਦੇ ਵਿੱਚ ਉਚਾਰਨ ਕੀਤੀ ਹੋਈ। ਕੀ ਕਹਿੰਦੇ ਹਨ ਬਾਬਾ ਜੀ? ਮੇਰੇ ਬਾਬਾ
ਇਹ ਜਿਹੜਾ ਮੇਰੇ ਬਾਬਾ ਸ਼ਬਦ ਹੈ, ਇਹ ਸੰਬੋਧ ਕੀ ਸ਼ਬਦ ਹੈ? ਇਸ ਨੂੰ ਸੰਬੋਧ ਕੀ ਸ਼ਬਦ ਕਿਹਾ ਜਾਂਦਾ ਹੈ? ਜਿਸ ਸ਼ਬਦ ਦੇ ਨਾਲ ਅਸੀਂ ਕਿਸੇ ਨੂੰ ਬੁਲਾਉਂਦੇ ਹਾਂ। ਕਈ ਵਾਰੀ ਆਪਾਂ ਕਹਿੰਦੇ ਆਓ ਜੀ ਭਾਈ ਸਾਹਿਬ, ਭਾਜੀ ਕੀ ਹਾਲ ਹੈ? ਚੌਧਰੀ ਸਾਹਿਬ ਕਹਿ ਦਿੰਦੇ ਆ, ਸਰਦਾਰ ਜੀ ਕਹਿ ਦਿੰਦੇ ਆ, ਮੀਆਂ ਜੀ ਕਹਿ ਦਿੰਦੇ ਆ। ਇਹਨੂੰ ਕਹਿੰਦੇ ਸੰਬੋਧ ਕੀ ਸ਼ਬਦ? ਜਿਸ ਸ਼ਬਦ ਦੇ ਨਾਲ ਕਿਸੇ ਨੂੰ ਬੁਲਾਇਆ ਜਾਂਦਾ ਹੈ। ਮੇਰੇ ਬਾਬਾ, ਮੈਂ ਬੌਰਾ, ਇਹ ਮੇਰੇ ਬਾਬਾ, ਮੈਂ ਬੌਰਾ ਹਾਂ। ਬੌਰਾ, ਬੌਰੇ ਤੋਂ ਭਾਵ ਹੁੰਦਾ ਹੈ ਬਾਬਰਾ, ਬਾਬਰੇ ਤੋਂ ਭਾਵ ਹੁੰਦਾ ਹੈ ਸਦਾਈ, ਸਦਾਈ ਤੋਂ ਭਾਵ ਹੁੰਦਾ ਹੈ ਕਮਲਾ, ਕਮਲੇ ਤੋਂ ਭਾਵ ਹੁੰਦਾ ਹੈ ਪਾਗਲ। ਮੈਂ ਸਦਾਈ ਹਾਂ, ਮੈਂ ਬੌਰਾ ਹਾਂ, ਮੈਂ ਬਾਬਰਾ ਹਾਂ, ਮੈਂ ਕਮਲਾ ਹਾਂ, ਮੈਂ ਪਾਗਲ ਹਾਂ। ਕੋਈ ਕਹੇਗਾ ਇਸ ਤਰ੍ਹਾਂ ਆਪਣੇ ਆਪ ਨੂੰ? ਅਸੀਂ ਦੂਸਰਿਆਂ ਨੂੰ ਤਾਂ ਕਹਿੰਦੇ ਵੀ ਸਾਰੇ ਲੋਕ ਪਾਗਲ ਆ, ਉਹ ਫਲਾਣਾ ਬੰਦਾ ਤਾਂ ਪਾਗਲ ਹੈ, ਉਹਨੂੰ ਕਿਹੜਾ ਅਕਲ ਹੈ? ਪਾਗਲ ਹੈ ਉਹ। ਅਸੀਂ ਦੂਸਰਿਆਂ ਨੂੰ ਇੱਕਦਮ ਕਹਿ ਦਿੰਦੇ ਹਾਂ ਤਾਂ ਪਾਗਲ ਹੈ। ਤੇ ਇੱਥੇ ਬਾਬਾ ਕਬੀਰ ਜੀ ਕਹਿ ਰਹੇ ਨੇ, ਮੈਂ ਬੌਰਾ, ਮੈਂ ਬਾਬਰਾ ਹਾਂ, ਮੈਂ ਸਦਾਈ ਹਾਂ, ਮੈਂ ਕਮਲਾ ਹਾਂ, मैं पागल। सब खालक सियाणी, सब खालक सियानी, मैं बौरा। सारी खालकत सियाणी है, सारे लोग सियाणे हैं, मैं पागल। असी उल्ट कहते हैं गल भी पिंड के सारे लोग पागल हैं, मैं सियाणा हाँ। असी उल्ट कहते हैं ना, ते भगत जी उल्ट कह रहे हैं, मैं बौरा हाँ। सब खालक सियाणी, सारी जिहड़ी खालकत है ना, सारे जिहड़े लोग हैं, जनता, वो सारी सियाणी है। सारी सियाणी। कोई कौन अपने आप को मूर्ख समझदा है? सारे ही अपने आप को सियाणे समझते। अपनी जिहड़ी अकल है सारिਆਂ ਨੂੰ ਵੱਧ लगती है, भी मेरे कोल सारिਆਂ ਤੋਂ ਵੱਧ अकल है, मेरे कोल सारिਆਂ ਤੋਂ ਵੱਧ सियाणप है। इस तरह ही है ना। मैं बाबा, मेरे बाबा, मैं बौरा, सब खालक सियाणी, मैं बौरा। मैं बिगड़ो, मैं बिगड़ो, मैं बिगड़िया होया, बिगड़ गया मैं बिगड़ गया। बिगड़े मत औरा, मेरे पीछे लग के तुसीं भी ना बिगड़ जाओ किते। लोग मैनू बिगड़िया होया कहते हैं, बिगड़िया होया बंदा है। ये असलीत गल हो रही है। भगत कबीर जी नाल जिवें लोकां ने कीता सी उसे तरह गल हो रही है। भगत कबीर जी नूं लोग बिगड़िया होया बंदा कहते सी।
ਵਿਗੜਿਆ ਹੋਇਆ, ਜਾਂ ਫਿਰ ਪਾਗਲ, ਜਾਂ ਫਿਰ ਭੂਤਨਾ, ਜਾਂ ਫਿਰ ਦੀਵਾਨਾ, ਜਾਂ ਫਿਰ ਅੱਤਵਾਦੀ, ਜਾਂ ਫਿਰ ਵੱਖਵਾਦੀ, ਜਾਂ ਕੁਛ ਹੋਰ ਇਹੋ ਜਿਹੇ ਨਾਮਾਂ ਦੇ ਨਾਲ ਸੰਬੋਧਿਤ ਕਰਨ। ਇਹ ਕੀ ਕਾਰਨ ਹੈ ਭਲਾ? ਇੱਕ ਲੋਕ ਧਾਰਾ ਹੁੰਦੀ ਹੈ, ਲੋਕ ਧਾਰਾ ਸੁਣਨ ਵਾਲੀਆਂ ਗੱਲਾਂ ਨੇ ਸਾਰੀਆਂ। ਲੋਕ ਧਾਰਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਜਿੱਧਰ ਨੂੰ ਲੋਕ ਡਲੇ ਗਏ ਰਹੇ ਹਨ ਨਾ, ਜਿੱਧਰ ਨੂੰ ਲੋਕ ਤੁਰੇ ਹੋਏ ਹਨ, ਜਿੱਧਰ ਨੂੰ ਲੋਕ ਡਲੇ ਫੈਂਕ ਰਹੇ ਨੇ, ਆਪਾਂ ਵੀ ਉੱਧਰ ਨੂੰ ਹੀ ਚੱਲ ਰਹੇ ਹਾਂ। ਲੋਕ ਲਾਜ ਹੈ ਬਸ, ਪਤਾ ਨਹੀਂ ਉਹ ਗਲਤ ਚੱਲ ਰਹੇ ਹਨ, ਪਤਾ ਨਹੀਂ ਉਹ ਠੀਕ ਚੱਲ ਰਹੇ ਹਨ, ਅਸੀਂ ਵੀ ਉਸੇ ਤਰ੍ਹਾਂ ਹੀ ਚੱਲ ਰਹੇ ਹਾਂ ਬਈ। ਪਹਿਲਾਂ ਸਾਡਾ ਬਾਬਾ ਉਸੇ ਤਰ੍ਹਾਂ ਹੀ ਚੱਲਦਾ ਹੁੰਦਾ ਸੀ, ਸਾਡੀ ਦਾਦੀ ਵੀ ਇਸੇ ਤਰ੍ਹਾਂ ਹੀ ਸੀ, ਸਾਡੀ ਮਾਂ ਵੀ ਉਸੇ ਤਰ੍ਹਾਂ ਹੀ ਸੀ, ਸਾਡਾ ਬਾਪ ਵੀ ਉਸੇ ਤਰ੍ਹਾਂ ਸੀ, ਸਾਡਾ ਚਾਚਾ ਵੀ ਉਸੇ ਤਰ੍ਹਾਂ ਹੀ ਕਰਦਾ ਰਿਹਾ ਸੀ, ਸਾਰੇ ਉਸੇ ਤਰ੍ਹਾਂ ਹੀ ਕਰ ਰਹੇ ਸੀ, ਸਾਰਾ ਪਿੰਡ ਉਸੇ ਤਰ੍ਹਾਂ ਹੀ ਕਰ ਰਿਹਾ ਸੀ, ਆਪਾਂ ਵੀ ਕਰ ਰਹੇ ਹਾਂ। ਇਹਦੇ ਵਿੱਚ ਕੀ ਹੈ? ਪਰ ਜਦੋਂ ਕੋਈ ਕ੍ਰਾਂਤੀ ਲਿਆਉਣੀ ਹੁੰਦੀ ਹੈ ਤਾਂ ਨਵੀਆਂ ਪੈੜਾਂ ਪਾਉਣੀਆਂ ਪੈਂਦੀਆਂ ਹਨ, ਨਵੇਂ ਰਾਹ ਤਲਾਸ਼ਣੇ ਪੈਂਦੇ ਹਨ, ਨਵੇਂ ਰਸਤੇ ਲੱਭਣੇ ਪੈਂਦੇ ਹਨ, ਨਵੇਂ ਰਸਤਿਆਂ ਤੇ ਤੁਰਨਾ ਪੈਂਦਾ। ਤਾਂ ਫਿਰ ਲੋਕ ਕਹਿੰਦੇ ਹਨ ਇਹ ਤਾਂ ਪੁੱਠਾ ਬੰਦਾ ਹੈ, ਇਹ ਤਾਂ ਪੁੱਠਾ ਬੰਦਾ ਹੈ। ਲੋਕ ਕਿੱਧਰ ਨੂੰ ਤੁਰ ਰਹੇ ਨੇ, ਕਿੱਧਰ ਨੂੰ ਤੁਰ ਰਿਹਾ ਹੈ, ਸਾਰੇ ਲੋਕ ਇੱਧਰ ਨੂੰ ਤੁਰ ਰਹੇ ਨੇ, ਇਹ ਵੱਖਰੀ ਆਪਣਾ ਤੁਰ ਰਿਹਾ ਹੈ। ਫਿਰ ਵਿੱਚੋਂ ਵਿੱਚੋਂ ਆਵਾਜ਼ ਆਉਂਦੀ ਹੈ, ਕਹਿੰਦੇ ਇਹ ਤਾਂ ਵੱਖਵਾਦੀ ਹੈ, ਵੱਖਵਾਦੀ, ਇਹ ਤਾਂ ਅੱਤਵਾਦੀ ਹੈ। ਭਗਤ ਕਬੀਰ ਜੀ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ, ਭਗਤ ਨਾਮਦੇਵ ਜੀ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ, ਤੇ ਭਗਤ ਰਵਿਦਾਸ ਜੀ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ, ਇਸੇ ਤਰ੍ਹਾਂ ਹੀ। ਲੋਕਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਰੁੱਧ ਬੋਲਿਆ। ਕੀ ਬੋਲਿਆ? ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ। ਕੋਈ ਨਾਨਕ ਦੇਵ ਜੀ ਨੂੰ ਭੂਤਨਾ ਕਹਿ ਰਿਹਾ ਹੈ, ਕੋਈ ਬੇਤਾਲਾ ਕਹਿ ਰਿਹਾ ਹੈ। ਕਿਉਂ ਕਹਿ ਰਿਹਾ ਹੈ? ਕਿਉਂਕਿ ਉਹ ਜਿਹੜੀ ਲੋਕ ਧਾਰਾ ਬਣੀ ਹੋਈ ਹੈ ਨਾ ਪਹਿਲਾਂ ਹੀ ਤੋਂ, ਰਸਮ ਰਿਵਾਜ, ਬਾਬਾ ਨਾਨਕ ਉਹਨਾਂ ਰਸਮ ਰਿਵਾਜਾਂ ਨੂੰ ਨਹੀਂ ਮੰਨਦੇ, ਉਸ ਰਾਸਤੇ ਤੇ ਨਹੀਂ ਤੁਰਦੇ, ਇਸ ਕਰਕੇ ਲੋਕਾਂ ਨੂੰ ਇਉਂ ਲੱਗਦਾ ਹੈ ਤਾਂ ਵੱਖਵਾਦੀ ਹੈ। ਇਹ ਸਾਡੇ ਹਿਸਾਬ ਨਾਲ ਨਹੀਂ ਚੱਲ ਰਿਹਾ, ਜਿਵੇਂ ਅਸੀਂ ਚੱਲ ਰਹੇ ਹਾਂ ਇਹ ਉਸ ਤਰ੍ਹਾਂ ਨਹੀਂ ਚੱਲ ਰਿਹਾ। क्योंकि जग की भेड़ा चाल चलते के पाछे चले। जग की जिहड़ी है ना भेड़ा चाल होंदी है, एक दूसरे के पिछे चली जाते हैं, चली जाते हैं, सदियां लंघ जाती। भेड़ चाल है, फलाना उत्थे गया है मैं भी उत्थे जावां, फलाना इस तरह कर रहा है मैं भी इस तरह ही करा, फलाना ताए दी धी चली मैं क्यों रहा कली, मैं भी चलती है। जाकी भेड़ा चाल चलते के पाछे चले, परमार्थ ना संभाल। देखो जग की मूढ़ता, देखो असलियत नूं नहीं समझ रहे, इन्हां लोकां दी मूर्खता देखो की है। सगों उल्टा गुरु नानक देव जी महाराज जी नूं भूतना कहने लग पे। गुरु नानक देव जी महाराज जी नूं बेताला कहने लग पे।
ਭਗਤ ਕਬੀਰ ਜੀ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ, ਗੁਰੂ ਅਰਜਨ ਦੇਵ ਜੀ ਨਾਲ ਇਸੇ ਤਰ੍ਹਾਂ ਹੀ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਸੇ ਤਰ੍ਹਾਂ ਹੀ ਹੋਇਆ। ਤੱਤੀ ਤਵੀ ਤੇ ਕਿਉਂ ਬਿਠਾ ਦਿੱਤਾ ਗੁਰੂ ਨੂੰ? ਗੁਰੂ ਨੂੰ ਕਿਉਂ ਬਿਠਾ ਲਿਆ ਤੱਤੀ ਤਵੀ ਤੇ? ਕਿਉਂਕਿ ਗੁਰੂ ਜਿਹੜਾ ਹੈ ਨਾ ਲੋਕਾਂ ਮੁਤਾਬਕ ਨਹੀਂ ਹੈ, ਜਿਵੇਂ ਲੋਕ ਚੱਲਦੇ ਹਨ। ਗੁਰੂ ਦਾ ਰਸਤਾ ਵੱਖਰਾ ਹੈ, ਨਿਰਾਲਾ ਹੈ, ਤਾਂ ਤੱਤੀ ਤਵੀ ਤੇ ਬਿਠਾਇਆ, ਤਾਂ ਸਰਬੰਸ ਦਾਨ ਕਰਨਾ ਪਿਆ, ਆਪਣੇ ਬੱਚੇ ਨੂੰ ਕੁਰਬਾਨ ਕਰਾਉਣਾ ਪਿਆ, ਆਪਣੇ ਮਾਂ ਨੂੰ, ਆਪਣੇ ਬਾਪ ਨੂੰ ਤੇ ਆਪਣੇ ਆਪ ਨੂੰ ਕੁਰਬਾਨ ਕਰਾਉਣਾ ਪਿਆ, ਤਾਂ ਕਰਾਉਣਾ ਪਿਆ। ਬਹੁਤੇ ਜਿਹੜੇ ਲੋਕ ਹਨ ਉਹ ਇਹੋ ਕਹਿੰਦੇ ਹਨ ਕਿ ਇਹ ਸਾਡੇ ਹਿਸਾਬ ਨਾਲ ਨਹੀਂ ਚੱਲਦਾ ਜਿਵੇਂ ਅਸੀਂ ਕਹਿੰਦੇ ਹਾਂ। ਇੱਥੇ ਵੀ ਇਹੋ ਹੀ ਰੱਪੜ ਹੁੰਦਾ ਹੈ। ਅਸੀਂ ਸਾਰੇ ਇਹ ਸੋਚਦੇ ਹਾਂ ਕਿ ਗੁਰੂ ਜਿਹੜਾ ਹੈ ਨਾ ਸਾਡੇ ਮੁਤਾਬਕ ਚੱਲਣਾ ਚਾਹੀਦਾ ਹੈ, ਜਿਵੇਂ ਅਸੀਂ ਗੁਰੂ ਨੂੰ ਕਹਾਂਗੇ। ਜੇ ਅਸੀਂ ਗੁਰੂ ਨੂੰ ਕਹੀਏ ਸਾਡੇ ਘਰੇ ਆ ਜਾ, ਤਾਂ ਗੁਰੂ ਸਾਡੇ ਘਰੇ ਆਵੇ। ਜੇ ਅਸੀਂ ਕਹੀਏ ਗੁਰੂ ਜੀ ਤੁਸੀਂ ਚਲੇ ਜਾਓ, ਗੁਰੂ ਜੀ ਚਲੇ ਜਾਣ। ਜੇ ਗੁਰੂ ਜੀ ਕਹਿਣ, ਜੇ ਅਸੀਂ ਕਹੀਏ ਵੀ ਗੁਰੂ ਜੀ ਤੁਸੀਂ ਰੋਟੀ ਖਾਓ, ਤਾਂ ਰੋਟੀ ਖਾਏ। ਜੇ ਗੁਰੂ ਜੀ ਨੂੰ ਅਸੀਂ ਕਹੀਏ ਤੂੰ ਪਾਣੀ ਪੀ, ਤੂੰ ਪਾਣੀ ਪੀ। ਬਸ ਉਹਨਾਂ ਦੇ ਹੁਕਮ ਦੇ ਅਧੀਨ ਵਿੱਚ ਰਹਿ ਕੇ ਚਲੇ, ਫਿਰ ਤਾਂ ਬੰਦਾ ਠੀਕ ਹੈ। ਜੇ ਮਾੜਾ ਮੋਟਾ ਕਾਨਾ ਆਨਾਕਾਨੀ ਕਰੇਗਾ, ਫਿਰ ਕਹਿੰਦੇ ਇਹ ਭੂਤਨਾ ਹੈ, ਇਹ ਪਾਗਲ ਹੈ, ਇਹ ਮੂਰਖ ਹੈ, ਇਹ ਬੇਤਾਲਾ ਹੈ, ਇਹ ਵੱਖਵਾਦੀ ਹੈ, ਇਹ ਅੱਤਵਾਦੀ ਹੈ। ਬੜਾ ਪੰਗਾ ਹੈ। ਭਗਤ ਜੀ ਕਹਿੰਦੇ ਹਨ ਠੀਕ ਹੈ, ਮੈਂ ਵਿਗੜਿਓ ਵਿਗੜੇ ਮਤ ਔਰ। ਚਲੋ ਮੈਂ ਤਾਂ ਭਾਈ ਵਿਗੜਿਆ ਹੋਇਆ ਹਾਂ, ਤੁਸੀਂ ਸਾਰੇ ਕਹਿੰਦੇ ਹੋ ਮੈਂ ਵਿਗੜਿਆ ਹੋਇਆ। ਭਗਤ ਕਬੀਰ ਵਿਗੜਿਆ ਹੋਇਆ ਬੰਦਾ, ਤੁਸੀਂ ਤਾਂ ਨਾ ਵਿਗੜੋ, ਤੁਸੀਂ ਤਾਂ ਠੀਕ ਰਹੋ ਨਾ। ਮੇਰੇ ਪਿੱਛੇ ਲੱਗ ਕੇ ਤੁਸੀਂ ਵੀ ਵਿਗੜ ਰਹੇ ਹੋ। ਤੁਸੀਂ ਤਾਂ ਠੀਕ ਰਹੋ ਨਾ। ਲਓ ਹੁਣ ਗੱਲ ਹੁੰਦੀ ਹੈ ਸਟਾਰਟ, ਸ਼ੁਰੂ। ਬਾਬਾ ਕਬੀਰ ਜੀ ਫਰਮਾਨ ਕਰ ਰਹੇ ਹਨ, ਕਹਿੰਦੇ ਵਿਦਿਆ ਨਾ ਪੜ੍ਹੂੰ ਬਾਤ ਨਹੀਂ ਜਾਣੂ। ਮੈਂ ਬਹੁਤੇ ਧਾਰਮਿਕ ਗ੍ਰੰਥਾਂ ਦੀ ਵਿਦਿਆ ਨਹੀਂ ਪੜ੍ਹਦਾ। ਮੈਂ ਨਹੀਂ ਪੜ੍ਹਦਾ, ਕਿਉਂਕਿ ਭਾਰਤ ਦੇ ਵਿੱਚ ਦੋ ਹੀ ਗ੍ਰੰਥ ਸਨ ਨਾ, ਦੋ ਤਰ੍ਹਾਂ ਦੇ। ਇੱਕ ਹਿੰਦੂ ਧਰਮ ਦੇ ਗ੍ਰੰਥ, ਇੱਕ ਮੁਸਲਮਾਨੀ ਇਸਲਾਮ ਦੇ ਗ੍ਰੰਥ। ਹਿੰਦੂ ਆਪਣੇ ਵੱਲ ਨੂੰ ਖਿੱਚੀ ਜਾਂਦੇ ਹਨ ਤੇ ਮੁਸਲਮਾਨ ਆਪਣੇ ਵੱਲ ਨੂੰ ਖਿੱਚੀ ਜਾਂਦੇ ਹਨ। ਦੋਹਾਂ ਦੀ ਆਪਸ ਦੇ ਵਿੱਚ ਝਗੜਾ ਹੋ ਜਾਂਦਾ। ਉਹ ਕਹਿੰਦਾ ਸਾਡਾ ਧਰਮ ਵੱਡਾ ਹੈ, ਉਹ ਕਹਿੰਦਾ ਸਾਡਾ ਧਰਮ ਵੱਡਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਬੇਈ ਨਦੀ ਦੇ ਵਿੱਚੋਂ ਬਾਹਰ ਨਿਕਲੇ 3 ਦਿਨਾਂ ਬਾਅਦ, ਉਹਨਾਂ ਨੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ। ਅਸੀਂ ਨਾ ਭਾਈ ਹਿੰਦੂ ਹਾਂ ਨਾ ਮੁਸਲਮਾਨ, ਅਸੀਂ ਤਾਂ ਇਨਸਾਨ ਹਾਂ, ਬੰਦੇ ਹਾਂ ਰੱਬ ਦੇ। ਸਾਨੂੰ ਕਿਉਂ ਧਰਮਾਂ ਵਿੱਚ ਵੰਡਿਆ ਜਾ ਰਿਹਾ ਹੈ? ਸਾਨੂੰ ਕਿਉਂ ਲੜਾਇਆ ਜਾ ਰਿਹਾ ਹੈ ਆਪਸ ਵਿੱਚ? ਕਦੇ ਕੁਛ ਕਹਿ ਕੇ, ਕਦੇ ਕੁਛ ਕਹਿ ਕੇ, ਬਈ ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਇਸ ਤਰ੍ਹਾਂ ਕਹਿ ਕੇ ਸਾਨੂੰ ਆਪਸ ਵਿੱਚ ਕਿਉਂ ਲੜਾਇਆ ਜਾ ਰਿਹਾ ਹੈ? ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਅਸੀਂ ਤਾਂ ਇਨਸਾਨ ਹਾਂ ਰੱਬ ਦੇ। अव्वल अल्लाह नूर उपाया कुदरत के सब बंदे, एक नूर ते सब जग उपजया कौन भले हो। एक पिता एक सके हम बारक तू मेरा गुरहाई। असी सारे एक अकाल पुरख वाहिगुरू परमात्मा दे ईश्वर दे बच्चे हैं। ਉਹਨੂੰ ਚਾਹੇ ਅਸੀਂ ਵਾਹਿਗੁਰੂ ਕਹਿ ਲਈਏ, ਚਾਹੇ ਅੱਲਾ ਕਹਿ ਲਈਏ, ਚਾਹੇ ਰਾਮ ਕਹਿ ਲਈਏ, ਚਾਹੇ ਭਗਵਾਨ ਕਹਿ ਲਈਏ, ਚਾਹੇ ਖੁਦਾ ਕਹਿ ਲਈਏ, ਚਾਹੇ ਬਿਸਮਿਲ੍ਲਾ ਕਹਿ ਲਈਏ, ਭਾਵੇਂ ਕੁਝ ਵੀ ਕਹਿ ਲਈਏ। ਹੁਣ ਅਸੀਂ ਅੰਗਰੇਜ਼ੀ ਸਿੱਖ ਗਏ, ਹੁਣ ਅਸੀਂ ਭਾਵੇਂ ਉਹਨੂੰ ਗੋਡ ਕਹਿ ਲਈਏ, ਚਾਹੇ ਹੁਣ ਅਸੀਂ ਗੋਡ ਕਹਿ ਲਈਏ।
ਅਸੀਂ ਬਾਪੂ ਨੂੰ ਵੀ ਤਾਂ ਡੈਡ ਕਹਿਣ ਲੱਗ ਪਏ, ਅਸੀਂ ਅੰਮਾ ਨੂੰ ਵੀ ਤਾਂ ਮੰਮੀ ਕਹਿਣ ਲੱਗ ਪਏ। ਜੇ ਹੁਣ ਵਾਹਿਗੁਰੂ ਨੂੰ ਅਸੀਂ ਗੋਡ ਕਹਿ ਦੇਂਗੇ ਫਿਰ ਕੀ ਹੋ ਜਾਏਗਾ? ਇੱਕੋ ਗੱਲ ਹੈ। कोई बोले राम राम, कोई खुदाए, कोई सेवे गुसाइयां, कोई अल्लाह। जिमें मर्जी कोई जपे, जेड़ा मर्जी नाम लवे, रब का नाम लेना है। ते इत्थे झगड़ा किस चीज का है? ना मस्जिद का ना मंदिर का, यह झगड़ा सारा अंदर का। साडे अंदर नफरत भरी हुई है, ते जिहड़े राजनीतिक लोग हैं साडे अंदर नफरत भरी जाते हैं। हिंदू बुरा है, मुसलमान बुरा है, फलाना माड़ा है, धमकाना माड़ा है। पर सियाणे कहते हैं ना हिंदू बुरा है ना मुसलमान बुरा है। बुराई पे आ जाए तो हर इंसान बुरा है। किहड़ा बंदा ठीक है? ਜਿਹੜਾ ਬੰਦਾ बुराई कर रहा है, ਜਿਹੜਾ ਬੰਦਾ गलत काम कर रहा है, भावें वो हिंदू होवे, सिख होवे, ईसाई होवे, पादरी होवे, कुछ भी होवे, गलत तो गलत है, चोर तो चोर है। गलत तो गलत है। तां भगत कबीर जी महाराज जी ने फरमाया, विद्या ना पढ़ो बात नहीं जानू। मैं इहो जिही विद्या पढ़न दे लई तैयार नहीं हाँ। मैं इहो जिही पढ़ाई नहीं पढ़नी जिस पढ़ाई दे पढ़न दे नाल मैं एवें ही पंगियां विच पई जाऊं, सारा दिन लड़ी जाओ पए। कई बंदे गुरबाणी पिछे ही लड़ी जाते हैं, पढ़न पिछे। फलाना बंदा किस तरह पढ़ रहा है, ढिमका किस तरह पढ़ रहा है, वो बैठ के पढ़ रहा है, वो इधर मुंह करके पढ़ रहा है, उन्हें हथ नहीं धोए हैं, उन्हें पैर नहीं धोए हैं, वो क्यों पढ़न लग पिया, ये किवें बैठ सकता सी। इस तरह के पंगे दिनों दिन पई। टीका टिप्पणी बहुत ज्यादा है गुरबाणी पढ़ते भी। विद्या ना पढ़ो बात नहीं जानो, हर गुण कथत सुनत बौरानो। मैं तो भाई परमात्मा दे गुण गायन करदा हाँ, परमात्मा दे गुण सुनदा हाँ। मैं पागल हाँ, पता नहीं ठीक हाँ, तुहानू बताओ। फिर बाबा जी बोलते हैं, आप ना बौरा, मैनू तुसी बौरा कह रहे हो ना, कमला कह रहे हो तुसी मैनू। मैं आप थोड़ा बौरा हो गया, मैं आप कोई कमला हो गया आप ही। राम की बौरा, मैनू परमात्मा ने बौरा कर दिता, मैनू परमात्मा ने सदाई कर दिता। जे बाणी पढ़ना पागलपन है तुसी ना पढ़ो, जे सिमरन करना झलपुना है तुसी ना करो, जे गुरद्वारे आना कामलापन है तुसी ना आओ, जे स्कूल विच बच्चे नूं भेजना मूर्खता है तुसी ना भेजो, तुसी ना भेजो। सतगुर जार गयो परम मोरा, सतगुरु सच्चे पातशाह जी ने मेरा तां सारा भरम दूर कर दिता, सारा भरम साड़ दिता। किसी प्रकार का कोई वहम भरम पखंड मन विच नहीं रहा, बिल्कुल शुद्ध हो गया। मैं बिगड़े अपनी पत खोई मत खोई, मैं बिगड़ गया हाँ। लोग कहते हैं भी फलाना बंदा बिगड़ गया,
ਨਾ ਇਹ ਵਰਤ ਰੱਖਦਾ ਹੈ, ਨਾ ਇਹ ਸਕਰਾਂਤ ਮਨਾਉਂਦਾ ਹੈ, ਨਾ ਇਹ ਪੂਰਨਮਾਸੀ ਮਨਾਉਂਦਾ ਹੈ, ਨਾ ਇਹ ਮੱਸਿਆ ਮਨਾਉਂਦਾ ਹੈ। ਇੱਕ ਦਿਨ ਰਾਹ ਵਿੱਚ ਮੈਨੂੰ ਬੰਦਾ ਇੱਕ ਕਹਿਣ ਲੱਗਿਆ, ਅੰਮ੍ਰਿਤਧਾਰੀ, ਕਹਿੰਦੇ ਜੀ ਪੰਚਮੀ ਕਿਸ ਦਿਨ ਹੈ? ਮੈਂ ਕਿਹਾ ਜੀ ਇਹ ਕਿਸੇ ਹੋਰ ਨੂੰ ਪੁੱਛਿਓ, ਮੈਨੂੰ ਪੰਚਮੀ ਦਾ ਕੋਈ ਪਤਾ ਨਹੀਂ, ਤੂੰ ਗੁਰਬਾਣੀ ਦੀ ਗੱਲ ਕਰ ਜਿਹੜੀ ਕਰਨੀ ਹੈ। ਪੰਚਮੀ ਵਿੱਚ ਕੀ ਰੱਖਿਆ ਹੈ? ਕੱਲ ਨੂੰ ਤਾਂ ਕਹਿ ਦੇਗਾ ਦਸਵੀਂ ਕਦੋਂ ਹੈ, ਫਿਰ ਕਹੇਗਾ ਇਕਾਦਸ਼ੀ ਕਦੋਂ ਹੈ। ਮੈਂ ਤੁਹਾਨੂੰ ਤਰੀਕਾਂ ਦੱਸਣ ਵਾਲਾ ਕੈਲੰਡਰ ਹਾਂ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਇਹਦੇ ਬਾਰੇ, ਨਾ ਮੇਰਾ ਧਿਆਨ ਹੈ ਵੀ ਅੱਜ ਕਿਹੜੀ ਤਿਥੀ ਹੈ, ਲੋੜ ਹੀ ਨਹੀਂ ਹੈ, ਲੋੜ ਹੀ ਨਹੀਂ ਹੈ। ਪਹਿਲਾਂ ਲੋੜ ਹੁੰਦੀ ਸੀ, ਪਹਿਲਾਂ ਲੋੜ ਇਸ ਕਰਕੇ ਹੁੰਦੀ ਸੀ ਉਦੋਂ ਅੰਗਰੇਜ਼ੀ ਤਰੀਕਾਂ ਸਾਡੇ ਆਪਣਾ ਮੂੰਹ ਤੇ ਨਹੀਂ ਸੀ ਚੜੀਆਂ। ਹੁਣ ਸਾਨੂੰ ਠੱਕ ਪਤਾ ਲੱਗ ਜਾਂਦਾ ਹੈ ਅੱਜ 6 ਤਰੀਕ ਹੈ। ਹੁਣ ਜੇ ਸਾਨੂੰ ਕੋਈ ਕਹੇ ਬਈ ਅੱਜ ਸਾਉਣ ਦੀ ਕਿਹੜੀ ਤਰੀਕ ਹੈ ਬਈ, ਅਸੀਂ ਕਹਾਂਗੇ ਸਾਉਣ ਦੀ ਤਰੀਕ ਤਾਂ ਸਾਨੂੰ ਪਤਾ ਨਹੀਂ, ਸਾਉਣ ਦਾ ਮਹੀਨਾ ਹੈ, ਸਾਉਣ ਦੇ ਮਹੀਨੇ ਦੀ ਅੱਜ ਕਿਹੜੀ ਤਰੀਕ ਹੈ ਪਤਾ ਨਹੀਂ। ਕਈ ਦਿਨ ਹੋ ਗਏ ਸੰਗਰਾਂਦ ਲੰਘੀ, 16 ਤਰੀਕ ਦੀ ਸੰਗਰਾਂਦ ਸੀ, ਲੈ ਗਿਣਲੇ ਹੋਏ 1 ਮਦੂਜ 30 14 ਪੰਚਮੀ ਛੱਡ ਪਤਾ ਨਹੀਂ ਕਿਹੜੀ ਬਣ ਗਈ ਹੈ ਹੁਣ। ਪਰ ਹੁਣ ਜਿਹੜੀ ਅਸੀਂ ਪ੍ਰਚਲਿਤ ਕਰ ਲਈ ਹੈ ਅੰਗਰੇਜ਼ੀ ਤਰੀਕ, ਅੰਗਰੇਜ਼ੀ ਦਾ ਸਾਨੂੰ ਇੱਕਦਮ ਪਤਾ ਲੱਗਿਆ ਅੱਜ 6 ਤਰੀਕ ਹੈ। ਤੇ ਨਾਲੇ ਤਰੀਕਾਂ ਦਾ ਸਾਨੂੰ ਕੀ ਹੈ, ਜੇ ਤਰੀਕ ਦੀ ਲੋੜ ਹੈ ਫਿਰ ਤਾਂ ਸਾਨੂੰ ਹੈ, ਜੇ ਸਾਨੂੰ ਲੋੜ ਹੀ ਨਹੀਂ ਹੈ। ਮੈਂ ਬਿਗਰੇ ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ। ਭਈ ਤੁਹਾਡੀਆਂ ਨਜ਼ਰਾਂ ਦੇ ਵਿੱਚ ਮੈਂ ਤਾਂ ਗਿਆ ਹਾਂ ਵਿਗੜ, ਮੈਂ ਆਪਣੀ ਮਤ ਖੋ ਲਈ ਹੈ, ਮੇਰੇ ਕੋਲ ਅਕਲ ਨਹੀਂ ਹੈ। ਕਿਉਂਕਿ ਤੁਸੀਂ ਕਹਿ ਰਹੇ ਹੋ ਨਾ ਵੀ ਤੂੰ ਪਾਗਲ ਹੈ, ਤੂੰ ਬੌਰਾ ਹੈ, ਤੂੰ ਮੂਰਖ ਹੈ, ਇਸ ਕਰਕੇ ਤੁਸੀਂ ਮੇਰੇ ਪਿੱਛੇ ਕਿਉਂ ਲੱਗਦੇ ਹੋ? ਮੇਰੇ ਭਰਮ ਭੁੱਲੋ ਮਤ ਕੋਈ। ਇੱਥੋਂ ਤੱਕ ਤਾਂ ਗੱਲ ਕੁਛ ਹੋਰ ਸੀ, ਤੇ ਹੁਣ ਦੇਖੋ ਤੇਵਰ ਕਿਵੇਂ ਬਦਲਦੇ ਹਨ। ਅਸਲੀ ਗੱਲ ਹੁਣ ਸ਼ੁਰੂ ਹੋ ਰਹੀ ਹੈ। ਭਾਈ ਲੋਕ ਤਾਂ ਮੈਨੂੰ ਬੌਰਾ ਕਹਿੰਦੇ ਹਨ, ਲੋਕ ਤਾਂ ਮੈਨੂੰ ਪਾਗਲ ਕਹਿੰਦੇ ਹਨ, ਪਰ ਪਾਗਲ ਹੁੰਦਾ ਕੌਣ ਹੈ? ਬੌਰਾ ਹੁੰਦਾ ਕੌਣ ਹੈ? ਬਾਬਰਾ ਹੁੰਦਾ ਕੌਣ ਹੈ? ਕਮਲਾ ਹੁੰਦਾ ਕੌਣ ਹੈ? ਭਾਈ ਜਿਹੜਾ ਬੰਦਾ ਨਾ ਸਿੱਧਾ ਸਾਦਾ ਜਿਹਾ ਹੋਵੇ, ਕੁੜਤਾ ਪਜਾਮਾ ਜਿਹਾ ਪਾਇਆ ਹੋਇਆ ਹੋਵੇ, ਪੱਗ ਟੇਢੀ ਮਿੱਢੀ ਜਿਹੀ ਬੰਨੀ ਹੋਵੇ, ਦੇਸੀ ਜਿਹਾ ਬੰਦਾ ਹੋਵੇ, ਆਪਾਂ ਕਹਿੰਦੇ ਐਵੇਂ ਪਾਗਲ ਜਿਹਾ ਬੰਦਾ ਹੈ। ਇੱਕ ਸਿੱਖ ਬਹੁਤ ਪਹੁੰਚਿਆ ਹੋਇਆ ਰੂਹਾਨੀ ਤੌਰ ਤੇ, ਇੰਨਾ ਉੱਚਾ ਪਹੁੰਚਿਆ ਹੋਇਆ, ਇੰਨਾ ਉੱਚਾ ਪਹੁੰਚਿਆ ਹੈ, ਜੋ ਵੀ ਗੱਲ ਮੂੰਹ ਤੋਂ ਕਹਿ ਦੇਵੇ ਉਹ ਹੀ ਉਸੇ ਸਮੇਂ ਸੱਚੀ। ਲੋਕ ਪਤਾ ਕੀ ਕਹਿੰਦੇ ਸੀ ਉਹਨੂੰ? ਇਹ ਤਾਂ ਕਮਲਾ ਹੈ, ਇਹ ਤਾਂ ਪਾਗਲ ਹੈ। ਲੋਕ ਉਹਨੂੰ ਕਮਲੀਆ ਹੀ ਕਹਿਣ ਲੱਗ ਪਏ ਸੀ। ਇਹ ਤਾਂ ਕਮਲੀਆ ਹੀ ਹੈ, ਕਮਲਾ ਹੈ, ਐਵੇਂ ਕਮਲਾ ਮਾਰਦਾ ਫਿਰਦਾ, ਪਾਗਲ ਹੈ। ਅਸੀਂ ਆਪਣੇ ਆਪ ਨੂੰ ਸਿਆਣੇ ਸਮਝੀ ਜਾਂਦੇ ਹਾਂ, ਹੋਰਾਂ ਨੂੰ ਪਾਗਲ ਸਮਝੀ ਜਾਂਦੇ। ਕਿਸੇ ਸਿੱਧੇ ਸਾਧੇ ਦੇਸੀ ਪਿੰਡੂ ਬੰਦੇ ਨੂੰ ਆਮ ਤੌਰ ਤੇ ਦੇਖਿਆ ਹੈ ਅੱਜ ਕੱਲ ਪਿੰਡੂ ਬੰਦੇ ਨੂੰ ਇਸ ਤਰ੍ਹਾਂ ਸਮਝਦੇ ਹਨ ਜਿਵੇਂ ਡੰਗਰ ਹੋਵੇ, ਜਿਵੇਂ ਡੰਗਰ ਹੋਵੇ। ਇੱਕ ਪੜ੍ਹੀ ਲਿਖੀ ਮਾਸਟਰਨੀ ਦੀ ਗੱਲ ਸੁਣੋ। ਇੱਕ ਦਿਨ
ਮੋਹਰੇ ਇੱਕ ਲਾਇਆ ਹੋਇਆ ਸੀ ਆਪਣਾ, ਗੱਡੀਆਂ ਵਿੱਚ ਟੰਗਣ ਵਾਲੇ ਹੁੰਦੇ ਹਨ ਨਾ ਕਾਰਾਂ ਕੂਰਾਂ ਵਿੱਚ, ਉਹਦੇ ਉੱਪਰ ਲਿਖਿਆ ਹੋਇਆ ਸੀ ਆਈ ਲਵ ਯੂ ਬਾਪੂ। ਅੰਗਰੇਜ਼ੀ ਸਕੂਲ ਵਿੱਚ ਪੜ੍ਹਾਉਂਦੀ ਹੈ ਉਹ। ਉਹਨੇ ਧਿਆਨ ਨਾਲ ਪੜ੍ਹਿਆ, ਕਹਿੰਦੇ ਇਹ ਤਾਂ ਆਈ ਲਵ ਯੂ ਤਾਂ ਲਿਖਿਆ ਹੋਇਆ, ਅੱਗੇ ਕੀ ਲਿਖਿਆ ਹੋਇਆ ਹੈ? ਮੈਂ ਕਿਹਾ ਬਾਪੂ। ਬਾਪੂ ਕੀ ਹੁੰਦਾ ਹੈ? ਪੰਜਾਬੀ ਨਹੀਂ ਬੋਲਦੀ, ਹਿੰਦੀ ਉਹ ਬੋਲਦੀ ਹੈ, ਚਾਹੇ ਅੰਗਰੇਜ਼ੀ। ਨਾ ਫਾਦਰ ਹੋ ਕੀ ਹੁੰਦਾ ਹੈ? ਬਾਪ ਹੁੰਦਾ ਹੈ, ਫਾਦਰ ਹੁੰਦਾ ਹੈ, ਪਿਤਰ ਹੁੰਦਾ ਹੈ, ਵਾਲਿਦ ਹੁੰਦਾ ਹੈ। ਕਹਿਣ ਲੱਗੀ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਵਾਹ ਜੀ, ਮੈਂ ਤਾਂ ਅਨਪੜ੍ਹ ਜਿਹਾ ਬੰਦਾ। ਤੁਹਾਨੂੰ ਬਾਪੂ ਦਾ ਵੀ ਨਹੀਂ ਪਤਾ ਹੈ? ਪੰਜਾਬ ਦੇ ਤੁਸੀਂ ਰਹਿਣੇ ਵਾਲੇ ਹੋ, ਤੁਸੀਂ ਪੰਜਾਬੀ ਵਿੱਚ ਲਿਖਿਆ ਹੋਇਆ ਬਾਪੂ ਨਹੀਂ ਪੜ੍ਹ ਸਕਦੇ, ਫੇਰ ਕੀ ਪੜ੍ਹਾਓਗੇ ਬੱਚਿਆਂ ਨੂੰ? ਅੰਗਰੇਜ਼ੀ ਨੂੰ ਚੁੱਕੀ ਫਿਰਦੇ ਹੋ ਮੂੰਹ ਤੇ, ਸਿਰ ਤੇ ਚੱਕੀ ਫਿਰੀ ਜਾਓ। ਚੱਕੀ ਫਿਰੀ ਜਾਓ। ਮੈਨੂੰ ਹਿੰਦੀ ਵੀ ਆਉਂਦੀ ਹੈ, ਉਰਦੂ ਵੀ ਆਉਂਦਾ ਹੈ, ਪੰਜਾਬੀ ਵੀ ਆਉਂਦੀ ਹੈ, ਪੁਆਧੀ ਵੀ ਆਉਂਦੀ ਹੈ, ਤੁਸੀਂ ਦੱਸੋ? ਕਹਿੰਦੇ ਮੈਨੂੰ ਤਾਂ ਅੰਗਰੇਜ਼ੀ ਆਉਂਦੀ ਹੈ। ਫਿਰ ਚੁੱਪ। ਤਾਂ ਹੁਣ ਬਾਬਾ ਜੀ ਕਹਿਣ ਲੱਗੇ, ਕਹਿੰਦੇ ਸੋ ਬੌਰਾ ਜੋ ਆਪ ਨਾ ਪਛਾਣੈ। ਪਾਗਲ ਕੌਣ ਹੈ? ਜਿਹਨੂੰ ਆਪਣੇ ਆਪ ਦੀ ਸੋਝੀ ਨਾ ਹੋਵੇ, ਜਿਹਨੂੰ ਆਪਣੇ ਆਪ ਦੀ ਸੋਝੀ ਹੋਵੇ। ਕਈ ਵਾਰੀ ਆਪਾਂ ਕਹਿ ਦਿੰਦੇ ਫਲਾਣੇ ਬੰਦੇ ਨੂੰ ਤਾਂ ਆਪਣੇ ਆਪ ਦੀ ਵੀ ਸੋਝੀ ਨਹੀਂ। ਇਹਨੂੰ ਆਪਣੇ ਆਪ ਦੀ ਵੀ ਸੋਝੀ ਨਹੀਂ ਹੈ। ਤੇ ਗੁਰਬਾਣੀ ਕਹਿ ਰਹੀ ਹੈ, ਕਹਿੰਦੇ ਸੋ ਬੌਰਾ ਜੋ ਆਪ ਨਾ ਪਛਾਣੈ। ਭਈ ਪਾਗਲ ਉਹ ਹੈ, ਕਮਲਾ ਉਹ ਹੈ, ਬੌਰਾ ਉਹ ਹੈ ਜਿਹੜਾ ਆਪਣੇ ਆਪ ਨੂੰ ਨਹੀਂ ਪਛਾਣਦਾ। ਹੱਦ ਹੋ ਗਈ। ਅਸੀਂ ਸਾਰੇ ਲੋਕਾਂ ਨੂੰ ਪਛਾਣ ਲੈਂਦੇ ਹਾਂ, ਆਪਣੇ ਆਪ ਨੂੰ ਕਿਉਂ ਨਹੀਂ ਪਛਾਣ ਰਹੇ ਬਈ? ਗੁਰੂ ਜੀ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ, ਸਮਝਾਇਆ। ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਭਈ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਪਛਾਣਿਆ, ਅਸਲ ਦੇ ਵਿੱਚ ਉਹ ਪਾਗਲ ਹਨ। ਤੁਸੀਂ ਮੈਨੂੰ ਪਾਗਲ ਕਹਿ ਰਹੇ ਹੋ। ਪਾਗਲ ਬੰਦਾ ਚੰਗੇ ਭਲੇ ਬੰਦੇ ਨੂੰ ਪਾਗਲ ਕਹਿ ਰਿਹਾ ਹੈ। ਫੁਰਤੀ ਹੈ ਨਾ। ਪਟਿਆਲਾ ਰਜਿੰਦਰਾ ਹਸਪੀਟਲ ਦੀ ਗੱਲ ਹੈ, ਇੱਕ ਬਹੁਤ ਪੁਰਾਣੀ, 40 ਸਾਲ ਪੁਰਾਣੀ। ਇੱਕ ਬੰਦੇ ਦਾ ਦਿਮਾਗ ਹਿੱਲਿਆ ਹੋਇਆ ਸੀ, ਪਾਗਲ ਸੀ। ਉਹਨੂੰ 2 ਬੰਦੇ ਪਕੜ ਕੇ ਨਾ ਹਸਪੀਟਲ ਵਿੱਚ ਲੈ ਕੇ ਆਏ। ਜਦੋਂ ਹਸਪੀਟਲ ਵਿੱਚ ਪਕੜ ਕੇ ਲੈ ਕੇ ਆਏ, ਡਾਕਟਰ ਨੂੰ ਦਿਖਾਉਣਾ ਸੀ ਨਾ, ਲਾਈਨ ਲੱਗੀ ਹੋਈ ਸੀ ਥੋੜੀ ਜਿਹੀ ਲੰਬੀ। ਦੋਹਾਂ ਨੇ ਉਹ ਪਕੜਿਆ ਹੋਇਆ ਤੇ ਨਾਲ ਨਾਲ ਤੁਰੀ ਜਾ ਰਹੇ। ਇੱਕ ਬੰਦਾ ਕਹਿਣ ਲੱਗਿਆ ਵਿੱਚੋਂ ਉਹਨਾਂ ਦੇ, ਜਿਹੜਾ ਠੀਕ ਠਾਕ ਸੀ, ਕਹਿੰਦੇ ਮੈਂ ਨਾ ਬਾਥਰੂਮ ਜਾਇਆ ਮਾੜਾ ਜਾ। ਉਹ ਕਹਿਣ ਲੱਗਿਆ ਜਾਇਆ ਫਟਾਫਟ, ਨੰਬਰ ਵੀ ਸਾਡਾ ਆਉਣ ਵਾਲਾ ਹੈ। ਉਹ ਬਾਥਰੂਮ ਗਿਆ, 5 ਮਿੰਟ 6 ਮਿੰਟ ਉਹਨੂੰ ਲੱਗ ਗਏ, ਐਨੇ ਨੂੰ ਉਹਨਾਂ ਦਾ ਨੰਬਰ ਆ ਗਿਆ, ਉਹ ਅੰਦਰ ਚਲੇ ਗਏ। ਜਦੋਂ ਅੰਦਰ ਚਲੇ ਗਏ, ਜਿਹੜਾ ਪਾਗਲ ਬੰਦਾ ਸੀ ਨਾ, ਉਹ ਹੀ ਡਾਕਟਰ ਨੂੰ ਕਹਿਣ ਲੱਗਾ, ਕਹਿੰਦੇ ਮੇਰਾ ਭਰਾ ਨਾ ਜਿਹੜਾ ਹੈ, ਇਹਦਾ ਦਿਮਾਗ ਹਿੱਲਿਆ ਹੋਇਆ, ਇਹਨੂੰ ਚੈੱਕ ਕਰਿਓ। ਜਿਹੜਾ ਪਾਗਲ ਬੰਦਾ ਸੀ ਨਾ, ਉਹ ਬੰਦਾ ਹੀ ਡਾਕਟਰ ਨੂੰ ਕਹਿ ਰਿਹਾ, ਇਹ ਭਾਈ ਮੇਰਾ ਜਿਹੜਾ ਹੈ, ਮੇਰੇ ਨਾਲ ਆਇਆ ਹੈ, ਇਹਦਾ ਦਿਮਾਗ ਹਿੱਲਿਆ ਹੋਇਆ ਹੈ, ਇਹਨੂੰ ਚੈੱਕ ਕਰਿਓ।
ਹੁਣ ਡਾਕਟਰ ਉਹਨੂੰ ਚੈੱਕ ਕਰ ਬਿਠਾਏ, ਉਹ ਬੈਠੇ ਨੇ, ਕਹਿੰਦੇ ਜੀ ਇਹੀ ਹੈ ਪਾਗਲ ਤਾਂ, ਮੈਂ ਤਾਂ ਇਹਦੇ ਨਾਲ ਆਇਆ। ਉਹ ਕਹਿੰਦਾ ਇਹ ਪਾਗਲ ਹੈ, ਉਹ ਕਹਿੰਦਾ ਇਹ ਪਾਗਲ ਹੈ। ਜਿਹੜਾ ਪਾਗਲ ਹੈ ਉਹ ਠੀਕ ਹੋ ਗਿਆ, ਜਿਹੜਾ ਦੂਸਰੇ ਨੂੰ ਪਾਗਲ ਕਹਿਣ ਲੱਗ ਪਿਆ। ਉੱਥੇ ਝਗੜਾ ਖੜਾ ਹੋਇਆ, ਡਾਕਟਰ ਕਿਹਨੂੰ ਚੈੱਕ ਕਰੇ ਹੁਣ? ਇੰਨੇ ਨੂੰ ਉਹ ਬਾਥਰੂਮ ਦੇ ਵਿੱਚੋਂ ਜਦੋਂ ਵਾਪਸ ਆਇਆ, ਉੱਥੇ ਗੜਬੜ ਹੋਈ ਪਈ। ਉਹ ਕਹਿਣ ਲੱਗਿਆ ਜਨਾਬ ਮੈਂ ਵੀ ਇਹਨਾਂ ਦੇ ਨਾਲ ਹਾਂ, ਪਾਗਲ ਤਾਂ ਇਹ ਹੈ ਜਿਹੜਾ ਸਾਨੂੰ ਹੀ ਪਾਗਲ ਕਹਿ ਰਿਹਾ ਹੈ। ਫਿਰ ਉਹਨੂੰ ਚੈੱਕਅਪ ਕਰਾਇਆ, ਫਿਰ ਉਹਨੂੰ ਗੋਲੀਆਂ ਲਾਈਆਂ, ਫਿਰ ਉਹਦੀ ਦਵਾਈ ਸ਼ੁਰੂ। ਭਾਈ ਸਾਡੀ ਆਦਤ ਵੀ ਇਸੇ ਤਰ੍ਹਾਂ ਹੀ ਹੈ। ਅਸੀਂ ਵੀ ਹੋਰਾਂ ਨੂੰ ਪਾਗਲ ਕਹਿੰਦੇ ਹਾਂ, ਹੋਰਾਂ ਨੂੰ ਕਮਲੇ ਕਹਿੰਦੇ ਹਨ, ਹੋਰਾਂ ਨੂੰ ਕਹਿੰਦੇ ਇਹਨਾਂ ਨੂੰ ਅਕਲ ਨਹੀਂ ਹੈ, ਪਿੰਡ ਵਾਲਿਆਂ ਨੂੰ ਅਕਲ ਨਹੀਂ ਹੈ, ਇਹ ਤਾਂ ਪਾਗਲ ਹਨ, ਇਹ ਤਾਂ ਬੌਰੇ ਹਨ, ਇਹਨਾਂ ਨੂੰ ਕੀ ਪਤਾ। ਇਸੇ ਤਰ੍ਹਾਂ ਤੇ ਬਾਬਾ ਕਬੀਰ ਜੀ ਕਹਿ ਰਹੇ ਹਨ, ਕਹਿੰਦੇ ਸੋ ਬੌਰਾ ਜੋ ਆਪ ਨਾ ਪਛਾਨੈ। ਪਈ ਬੌਰਾ ਤਾਂ ਉਹ ਹੈ, ਪਾਗਲ ਤਾਂ ਉਹ ਹੈ, ਕਮਲਾ ਤਾਂ ਉਹ ਹੈ ਜਿਹੜਾ ਆਪਣੇ ਆਪ ਦੀ ਪਛਾਣ ਨਹੀਂ ਕਰ ਰਿਹਾ, ਆਪਣੇ ਆਪ ਦੀ ਪਛਾਣ ਨਹੀਂ ਕਰ ਰਿਹਾ। ਜੇ ਆਪਣੇ ਆਪ ਦੀ ਪਛਾਣ ਕਰ ਲਏ ਬਸ ਕੰਮ ਖਤਮ, ਕੰਮ ਫਤਿਹ। ਆਪ ਪਛਾਨੈ ਤਾਂ ਏਕੈ ਜਾਣੈ। ਜੇ ਆਪਣੇ ਆਪ ਦੀ ਪਛਾਣ ਕਰ ਲਏਗਾ ਨਾ, ਇੱਕ ਪਰਮਾਤਮਾ ਦੀ ਪਛਾਣ ਹੋ ਜਾਏਗੀ, ਉਸ ਪਰਮਾਤਮਾ ਦੀ ਜਾਣ ਪਹਿਚਾਣ ਹੋ ਜਾਏਗੀ, ਬ੍ਰਹਮ ਦੇ ਨਾਲ ਬ੍ਰਹਮ ਗਿਆਨੀ ਬਣ ਜਾਏਗਾ। ਇਹ ਤਾਂ ਬਹੁਤ ਵਧੀਆ ਨੁਸਖਾ ਦੱਸਿਆ ਹੈ ਬਾਬਾ ਜੀ ਨੇ। ਬਈ ਆਪਣਾ ਆਪ ਪਛਾਣ ਲਓ ਤੇ ਰੱਬ ਨੂੰ ਜਾਣ ਲਓ। ਤੇ ਬਾਬਾ ਸ਼ੇਖ ਫਰੀਦ ਜੀ ਨੇ ਵੀ ਇਉਂ ਹੀ ਲਗਭਗ ਕਿਹਾ, ਕਹਿੰਦੇ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਤੋ ਸਭ ਜਗ ਤੇਰਾ ਹੋਏ। ਲਓ ਹੁਣ ਸਾਡੇ ਵਾਸਤੇ ਇੱਕ ਕੁਐਸਚਨ ਕਰ ਰਹੇ ਹਨ ਬਾਬਾ ਕਬੀਰ ਜੀ, ਸਾਨੂੰ ਕਹਿ ਰਹੇ ਹਨ ਕੁਝ ਗੱਲਾਂ। ਭਾਈ ਹੁਣ ਤਾਂ ਸੁਣਨੀ ਪਏਗੀ ਨਾ, ਜਦੋਂ ਸਾਨੂੰ ਕਹਿ ਰਹੇ ਹਨ। ਪਹਿਲਾਂ ਤਾਂ ਚਲੋ ਗੱਲਾਂ ਹੋ ਰਹੀਆਂ ਸੀ ਹੋਰ, ਤੇ ਹੁਣ ਗੱਲ ਹੋ ਰਹੀ ਹੈ ਸਾਡੇ ਲਈ, ਸਾਨੂੰ ਬਾਬਾ ਜੀ ਪੁੱਛ ਰਹੇ ਹਨ। ਕੀ ਪੁੱਛ ਰਹੇ ਹਨ? ਕੋਈ ਔਖਾ ਜਿਹਾ ਸਵਾਲ ਤਾਂ ਨਹੀਂ ਹੈ ਕਿਤੇ? ਕਦੇ ਬਾਬਾ ਜੀ ਕਹਿ ਦੇਣ ਵੀ ਜਿਹੜੀ ਸੰਸਕ੍ਰਿਤ ਦੀ ਬਾਣੀ ਹੈ ਉਹ ਪੜ੍ਹ ਕੇ ਸੁਣਾਓ, ਕੋਈ ਉਹ ਤਾਂ ਨਹੀਂ ਸੁਣਾਈ ਜਾਣੀ, ਉਹਦੇ ਵਿੱਚ ਤਾਂ ਬਹੁਤ ਗਲਤੀਆਂ ਹੋਣਗੀਆਂ। ਸਾਡੇ ਤੋਂ ਤਾਂ ਜਪਜੀ ਸਾਹਿਬ ਸੁੱਧ ਨਹੀਂ ਹੋ ਰਹੀ ਹੈ, ਆਨੰਦ ਸਾਹਿਬ ਵਿੱਚ ਅਸੀਂ 50-50 ਗਲਤੀਆਂ ਕਰਦੇ ਹਾਂ। ਜੇ ਸਾਨੂੰ ਸੰਸਕ੍ਰਿਤ ਦੀ ਬਾਣੀ ਪੜ੍ਹਨੀ ਪੈ ਗਈ ਫਿਰ ਤਾਂ ਪੰਗਾ ਪੈ ਜਾਏਗਾ। ਕੀ ਪੁੱਛਦੇ ਹਨ ਬਾਬਾ ਜੀ? ਅਭੇ ਨਾ ਮਾਤਾ, ਤੂੰ ਅਜੇ ਪਰਮਾਤਮਾ ਦੇ ਨਾਮ ਦੇ ਰੰਗਾਂ ਵਿੱਚ ਮਸਤ ਨਹੀਂ ਹੋਇਆ? ਕਿੰਨੀ ਉਮਰ ਹੋ ਗਈ? ਕਹਿੰਦੇ 70 ਸਾਲ। ਅਜੇ ਤੱਕ ਤੂੰ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਮਸਤ ਨਹੀਂ ਹੋਇਆ? ਹੱਦ ਹੋ ਗਈ ਤੇਰੀ, ਅਜੇ ਤੱਕ ਤੂੰ ਅੰਮ੍ਰਿਤ ਨਹੀਂ ਛਕਿਆ। ਕਹਿੰਦੇ ਨਾ, ਫਿਰ ਕਦੋਂ ਛਕੇਗਾ? ਤਰੀਕ ਦੱਸ ਨਾ, ਕਦੋਂ ਛਕੇਗਾ? ਮੁੰਡੇ ਦਾ ਵਿਆਹ ਕਰਕੇ, ਕੁੜੀ ਦਾ ਵਿਆਹ ਕਰਕੇ, ਕੁੜਮ ਦੀ ਪਾਰਟੀ ਤੋਂ ਬਾਅਦ, ਜਾਂ ਕੋਈ ਹੋਰ ਡੇਟ ਦੱਸ ਬਈ ਤੂੰ ਫਿਰ ਕਦੋਂ ਛਕੇਗਾ? ਬਈ ਬਸ ਅਭੇ ਨ ਮਾਤਾ ਸੋ ਕਬਹੂ ਨ ਮਾਤਾ। ਜੇ ਤੂੰ ਹੁਣ
ਗੁਰਬਾਣੀ ਦਾ ਤੇਰੇ ਤੇ ਅਸਰ ਨਹੀਂ ਨਾ ਹੋਇਆ, ਫਿਰ ਕਦੇ ਵੀ ਨਹੀਂ ਹੋਣਾ, ਫਿਰ ਕਦੇ ਵੀ ਨਹੀਂ ਹੋਣਾ। ਇਹ ਭਗਤ ਕਬੀਰ ਜੀ ਦੀ ਵਾਰਨਿੰਗ ਹੈ ਸਾਨੂੰ ਲਾਸਟ। ਬਈ ਜੇ ਹੁਣ 60-65 ਸਾਲ ਦੀ ਉਮਰ ਤੋਂ ਬਾਅਦ ਵੀ ਸਾਨੂੰ ਅਕਲ ਨਾ ਆਈ, ਫਿਰ ਆਏਗੀ ਕਦੋਂ? ਕਦੋਂ ਆਏਗੀ ਫਿਰ? ਕਈ ਤਾਂ ਮੇਰੇ ਵਰਗੇ ਇਸ ਤਰ੍ਹਾਂ ਕਹਿ ਦਿੰਦੇ ਬਈ ਹੁਣ ਕਿਆ ਛਕਣਾ ਹੈ, ਹੁਣ ਤਾਂ ਅੱਗੇ ਹੀ ਜਾ ਕੇ ਛਕ। ਜਿਵੇਂ ਅੱਗੇ ਉੱਥੇ ਧਰਮਰਾਜ ਖੰਡਾ ਬਾਟਾ ਤੇ 5 ਪਿਆਰਿਆਂ ਦਾ ਪ੍ਰਬੰਧ ਕਰਕੇ ਬੈਠਾ ਹੈ, ਬਈ ਨਾਲ ਫ੍ਰੀ ਦੇ 5 ਕਕਾਰ ਵੀ ਤੁਹਾਨੂੰ ਉੱਥੇ ਹੀ ਦੇਗਾ, ਤੇ ਨਾਲ 5 ਪਿਆਰੇ ਵੀ ਉੱਥੇ ਉਹਨੇ ਬੰਨ ਕੇ ਬਿਠਾਏ ਹੋਏ ਹਨ। ਲੈ ਭਾਈ ਫਲਾਣਾ ਸਿੰਘ ਆਏਗਾ, ਤੁਸੀਂ ਉਹਨਾਂ ਨੂੰ ਨਾ ਪਿਆਰ ਦੇ ਨਾਲ ਅੰਮ੍ਰਿਤ ਛਕਾ ਦਿਓ, ਕਿਉਂਕਿ ਉੱਥੇ ਤਾਂ ਉਹਨੂੰ ਵਿਚਾਰੇ ਨੂੰ ਵਿਹਲ ਨਹੀਂ ਮਿਲੀ ਅੰਮ੍ਰਿਤ ਛਕਣ ਦੀ। ਹੁਣ ਇੱਥੇ ਆ ਕੇ ਜਦੋਂ ਵੀ ਆਏਗਾ ਤੁਸੀਂ ਅੰਮ੍ਰਿਤ ਛਕਾ ਦਿਓ। ਇਸ ਤਰ੍ਹਾਂ ਤਾਂ ਨਹੀਂ ਹੋਣਾ ਭਾਈ, ਇਸ ਤਰ੍ਹਾਂ ਨਹੀਂ ਹੋਣਾ। ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਤੂੰ ਤਾਂ ਉਹਨਾਂ ਜਮਾਂ ਦੀ ਇੱਕ ਚੋਟ ਵੀ ਨਹੀਂ ਸਹਿਣੀ। ਉਹ ਕਹਿੰਦਾ ਮੈਂ ਅੱਗੇ ਜਾ ਕੇ ਚੱਲ ਜਾਵਾਂਗਾ। ਅਬਹਿ ਨ ਮਾਤਾ ਸੋ ਕਬਹੁ ਨ ਮਾਤਾ, ਕਹਿ ਕਬੀਰ ਰਾਮੈ ਰੰਗ ਰਾਤਾ। ਰਾਮ ਦੇ ਰੰਗਾਂ ਦੇ ਵਿੱਚ ਕਦੋਂ ਰੰਗਿਆ ਜਾਏਗਾ? ਜੇ ਹੁਣ ਨਹੀਂ ਰੰਗਿਆ ਗਿਆ ਫਿਰ ਕਦੇ ਵੀ ਨਹੀਂ ਰੰਗਿਆ ਗਿਆ। ਤੋ ਇਹ ਜਿਹੜੀਆਂ ਪੰਕਤੀਆਂ ਹਨ ਸਾਨੂੰ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰਦੀਆਂ ਹਨ ਕਿ ਅਸੀਂ ਕਦੋਂ ਤੱਕ ਟਰਕਾਉਂਦੇ ਰਹਾਂਗੇ ਕਿ ਕੱਲ ਨੂੰ ਪਰਸੋਂ ਨੂੰ, ਬਈ ਮੈਂ ਤਾਂ ਫਲਾਣੇ ਦਿਨ ਤੋਂ ਸ਼ੁਰੂ ਕਰਾਂਗਾ ਗੁਰਦੁਆਰੇ ਆਉਣਾ, ਅੱਜ ਤਾਂ ਨਹੀਂ ਮੇਰੇ ਕੋਲ ਆਇਆ ਜਾਂਦਾ, ਕੱਲ ਨੂੰ ਵੀ ਨਹੀਂ ਮੈਂ ਆ ਸਕਦਾ, ਦੇਖੋ ਪਰਸੋਂ ਨੂੰ ਮੈਨੂੰ ਜਾਣਾ ਹੈ ਵਿਆਹ ਵਿੱਚ, ਉਸ ਤੋਂ ਬਾਅਦ ਤੁਸੀਂ ਜਦ ਮਰਜ਼ੀ ਬੁਲਾ ਲਿਓ, ਮੈਂ ਆਉਣ ਨੂੰ ਤਿਆਰ ਹਾਂ। ਉਹ ਪਰਸੋਂ ਕਿਸੇ ਨੇ ਦੇਖੀ ਹੈ ਭਲਾ? ਕੱਲ ਕਿਸੇ ਨੇ ਦੇਖੀ ਹੈ? ਕੱਲ ਨਾਮ ਤਾਂ ਕਾਲ ਦਾ ਹੈ। ਅਜੋ ਸਮਝ ਕੁਛ ਬਿਗੜਿਓ ਨਹੀਂ, ਹੁਣ ਹੀ ਸਮਝ ਲੈ ਤੇ ਹੁਣ ਹੀ ਸ਼ੁਰੂ ਹੋ ਜਾ, ਹੁਣ ਹੀ ਸਟਾਰਟ ਕਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।